ਹਾਂਜੀ, ਸਾਰੇ ਦੇਖਣ ਵਾਲੇ ਸਾਡੇ ਸੱਜਣਾਂ ਨੂੰ, ਭੈਣ ਭਾਈਆਂ ਨੂੰ ਡਾਕਟਰ ਜਗਜੀਤ ਸਿੰਘ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਇਹ ਪਲੇਲਿਸਟ ਜਿਹੜੀ ਬਣਾ ਰਹੇ ਹਾਂ, ਆਨੰਦ ਸੰਸਕਾਰ 'ਤੇ ਬਣਾ ਰਹੇ ਹਾਂ, ਔਰ ਉਹਦੇ 'ਚ ਅਸੀਂ ਸ਼ੁਕਰਗੁਜ਼ਾਰ ਹਾਂ ਜਿੰਨੇ ਵੀ ਸਾਡੇ ਦੇਖਣ ਵਾਲੇ ਉਹਨਾਂ ਨੇ ਉਹਨੂੰ ਸਬਸਕ੍ਰਾਈਬ ਕੀਤਾ, ਉਸ 'ਤੇ ਕਮੈਂਟਸ ਦਿੱਤੇ ਔਰ ਲਾਈਕ ਕੀਤਾ, ਸ਼ੇਅਰ ਵੀ ਕੀਤਾ। ਸੋ ਪਲੀਜ਼ ਸਾਡਾ ਇਹ ਉਪਰਾਲਾ, ਜੇ ਤੁਹਾਨੂੰ ਇਹਦੇ ਵਿੱਚ ਕੋਈ ਵੀ ਚੀਜ਼, ਤੁਹਾਨੂੰ ਕੋਈ ਵੀ ਕੁਐਸਚਨ ਕੁਛ ਵੀ ਹੈ ਤਾਂ ਸਾਨੂੰ ਜ਼ਰੂਰ ਵਾਪਸੀ ਉਸ 'ਤੇ ਕਮੈਂਟਸ ਦੇ ਕੇ ਪਾਸ ਆਨ ਕਰੋ। ਮੇਰੇ ਨਾਲ ਭਾਈ ਜਸਵੀਰ ਸਿੰਘ ਜੀ ਹੈਗੇ ਆ। ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਅੱਜ ਆਨੰਦ ਸੰਸਕਾਰ ਵਿੱਚ ਦੂਜੀ ਲਾਮ ਬਾਰੇ ਇਹ ਗੱਲ ਕਰਨ ਜਾ ਰਹੇ ਹਾਂ। ਦੂਜੀ ਲਾਮ ਦਾ ਅਸੀਂ ਵਿਆਖਿਆ ਅਤੇ ਉਹਦੇ ਤੋਂ ਕੀ ਸਾਨੂੰ ਸੇਧ ਮਿਲਦੀ ਹੈ, ਇਸ ਬਾਰੇ ਅਸੀਂ ਗੱਲ ਕਰਦੇ ਹਾਂ। ਹਾਂਜੀ ਭਾਈ ਸਾਹਿਬ, ਅਸੀਂ ਹੁਣ ਪਹਿਲੀ ਲਾਮ ਤੋਂ ਅੱਗੇ ਚੱਲੀਏ ਤੇ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ, ਦੂਸਰੀ ਲਾਮ ਜੀ। ਹਰ ਦੂਜੜੀ ਲਾਮ ਸਤਿਗੁਰੂ ਪੁਰਖ ਮਿਲਾਇਆ ਬਲਰਾਮ ਜੀਓ। ਜਿਹੜੀ ਦੂਜੀ ਲਾਮ ਆ, ਜਿਹੜੀ ਪਹਿਲੀ ਲਾਮ ਵਿੱਚ ਗੁਰੂ ਸਾਹਿਬ ਜੀ ਨੇ ਆਖਿਆ ਸੀਗਾ ਕਿ ਹਰ ਪਹਿਲੀ ਲਾਮ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ, ਕਿ ਜਿਹਨੇ ਸਾਨੂੰ ਪ੍ਰਵਿਰਤੀ ਕਰਮ ਦ੍ਰਿੜ ਕਰਵਾਇਆ, ਜਿਹਦੀ ਬਾਣੀ ਹੀ ਸਾਡੇ ਲਈ ਬ੍ਰਹਮ ਵੇਦ ਆ, ਉਹੀ ਸਿਮਰਤੀ ਆ, ਉਹੀ ਸਾਨੂੰ ਠੀਕ ਜੀਵਨ ਅਗਵਾਈ ਬਖਸ਼ਿਸ਼ ਕਰਨ ਵਾਲੀ ਆ। ਅਸੀਂ ਉਹਦੇ ਤੋਂ ਹੀ ਅਗਵਾਈ ਹਾਸਲ ਕਰ ਜ਼ਿੰਦਗੀ ਦੇ ਹਰ ਖੇਤਰ ਵਿੱਚ ਕਦਮ ਪੁੱਟਣਾ। ਹੁਣ ਦੂਜੀ ਲਾਮ ਵਿੱਚ ਗੁਰੂ ਸਾਹਿਬ ਫਰਮਾਉਂਦੇ ਆ ਕਿ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਕਿਰਪਾ ਕਰ, ਬਖਸ਼ਿਸ਼ ਕਰ, ਸਾਨੂੰ ਸਤਿਗੁਰੂ ਪੁਰਖ ਮਿਲਾਇਆ ਬਲਰਾਮ ਜੀਓ। ਇਹ ਸਰਵ ਵਿਆਪਕ ਸਾਰੇ ਰਮੇ ਹੋਏ ਰਾਮ, ਮੈਂ ਤੇਥੋਂ ਬਲਿਹਾਰ ਹਾਂ, ਤੇਥੋਂ ਸਦਕੇ ਹਾਂ। ਤੂੰ ਆਪ ਕਿਰਪਾ ਕਰ, ਬਖਸ਼ਿਸ਼ ਕਰ, ਤੂੰ ਸਤਿਗੁਰੂ ਮਿਲਾਇਆ। ਸਤਿਗੁਰੂ ਉਹ ਜਿਹੜੀ ਪਰਸਨੈਲਿਟੀ ਆ, ਸ਼ਖਸੀਅਤ ਆ, ਰੂਹਾਨੀ ਰੂਹ ਆ, ਜਿਹੜੀ ਸਾਨੂੰ ਉਸ ਕਰਤੇ ਨਾਲ ਜੋੜਦੀ ਆ। ਸਾਨੂੰ ਵਾਹਿਗੁਰੂ ਜੀ ਬਾਰੇ ਕੋਈ ਪਤਾ ਨਹੀਂ, ਇਹ ਗੁਰੂ ਰਾਹੀਂ ਸਾਨੂੰ ਪਤਾ ਚੱਲਿਆ ਕਿ ਵਾਹਿਗੁਰੂ ਜੀ ਦੇ ਕਿਹੜੇ ਗੁਣਾਂ ਦਾ ਉਹ ਮਾਲਕ ਆ। ਅਸੀਂ ਉਸ ਨਾਲ ਕਿਵੇਂ ਜੁੜ ਸਕਦੇ ਹਾਂ, ਕਿਵੇਂ ਉਸ ਦੇ ਦਰ ਘਰ ਤੱਕ ਅਪੜ ਸਕਦੇ ਹਾਂ। ਤੋ ਸਤਿਗੁਰੂ ਜੀ ਨੇ ਜਦੋਂ ਬਾਣੀ ਵਿੱਚ ਖਿਆਲ ਦਿੱਤਾ, ਸਤਿਗੁਰੂ ਵਿੱਚ ਆਪ ਰੱਖੇ ਹੋਣ ਕਰ ਪ੍ਰਗਟ ਆਖ ਸੁਨਾਇਆ। ਇਸ ਲਈ ਗੁਰੂ ਦੀ ਭੂਮਿਕਾ ਜਿਹੜੀ ਆ ਬੜੀ ਮਹੱਤਵਪੂਰਨ ਆ। ਸੋ ਮਹਾਰਾਜ ਇਸ ਦੂਜੀ ਲਾਮ ਵਿੱਚ ਕਹਿੰਦੇ ਆ ਕਿ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ, ਜਿਹਨੂੰ ਸਤਿਪੁਰਖ, ਇਹ ਮਹਾਂਪੁਰਖ ਮਿਲਾ ਦਿੱਤਾ, ਜਿਨ੍ਹਾਂ ਨੂੰ ਗੁਰੂ ਮਿਲ ਪਿਆ, ਉਹਨਾਂ ਦੇ ਮਨ ਵਿੱਚੋਂ ਨਿਰਭਉ ਭੈ ਮਨ ਹੋਏ, ਹਉਮੈ ਮੈਲ ਗਵਾਇਆ ਬਲਰਾਮ ਜੀਓ। ਉਹਨਾਂ ਦੇ ਮਨ ਵਿੱਚੋਂ ਜਿਹੜਾ ਡਰ ਸੀ, ਹਰ ਤਰ੍ਹਾਂ ਦਾ ਡਰ, ਜਿਹਨੂੰ ਹੋਰ ਸਪਸ਼ਟ ਕਰ ਲਈ ਅਸੀਂ ਆਖਦੇ ਹਾਂ ਦੁਨਿਆਵੀ ਡਰ, ਉਹ ਹਰੇਕ ਤਰ੍ਹਾਂ ਦਾ ਡਰ ਉਹਦੇ ਮਨ ਵਿੱਚੋਂ ਮਿਟ ਗਿਆ, ਦੂਰ ਹੋ ਗਿਆ। ਦੂਰ ਕਿਵੇਂ ਹੋਇਆ? ਕਿ ਕੇਵਲ ਗੁਰੂ ਦੇ ਮਿਲਾਪ ਨਾਲ ਹੀ ਇਹ ਸਭ ਕੁਝ ਹੋ ਗਿਆ ਕਿ ਅਸੀਂ ਸਤਿਗੁਰੂ ਜੀ ਦੀ ਚਰਨ ਸ਼ਰਨ ਵਿੱਚ ਆਏ, ਔਰ ਆਉਂਦਿਆਂ ਹੀ ਸਾਡਾ ਇਹ ਸਾਰਾ ਜਿਹੜਾ ਡਰ ਸੀ ਇਹ ਦੂਰ ਹੋ ਗਿਆ। ਹਉਮੈ ਦੀ ਜਿਹੜੀ ਮੈਲ ਸੀ, ਗੁਰੂ ਸਾਹਿਬ ਸਪਸ਼ਟ ਕਰਦੇ ਆਖਦੇ ਆ ਕਿ ਇਹ ਦੂਰ ਇੰਝ ਹੋਇਆ ਕਿ ਜਦੋਂ ਸਾਡੇ ਅੰਦਰ ਜਿਹੜੀ ਹਉਮੈ ਦੀ ਮੈਲ ਸੀ ਇਹ ਮਿਟੀ, ਦੂਰ ਹੋਈ। ਗੁਰੂ ਦੀ ਪ੍ਰਾਪਤੀ, ਵਾਹਿਗੁਰੂ ਦੀ ਬਖਸ਼ਿਸ਼ ਦਾ ਇਹ ਜ਼ਾਹਰਾ ਸਰੂਪ ਆ। ਪਰ ਇਸ ਤੋਂ ਅੱਗੇ ਗੁਰੂ ਦੀ ਸ਼ਰਨ ਵਿੱਚ ਆ ਕੇ ਜਿਹੜਾ ਅਗਲਾ ਕਦਮ ਪੁੱਟਣਾ, ਉਹਦੇ ਵਿੱਚ ਸਾਡਾ ਯੋਗਦਾਨ ਆ। ਅਸੀਂ ਉਦਮ ਕਰਨਾ, ਅਸੀਂ ਉਪਰਾਲਾ ਕਰਨਾ। ਜੇ ਅਸੀਂ ਕੇਵਲ ਗੁਰੂ ਦੀ ਸ਼ਰਨ ਵਿੱਚ ਆ ਕੇ ਸਮਝ ਲਈਏ ਕਿ ਅਸੀਂ ਮੰਜ਼ਿਲ ਪਾ ਲਈ, ਤਾਂ ਅਸੀਂ ਭੁਲੇਖੇ ਦਾ ਸ਼ਿਕਾਰ ਹੋ ਜਾਵਾਂਗੇ, ਖੁੰਝ ਜਾਵਾਂਗੇ, ਅਸੀਂ ਅਗਲੇਰਾ ਕਦਮ ਨਹੀਂ ਪੁੱਟ ਸਕਾਂਗੇ। ਤੋ ਇਸ ਲਈ ਗੁਰੂ ਦੀ ਸ਼ਰਨ ਵਿੱਚ ਆ ਕੇ ਅਸੀਂ ਅਗਲਾ ਕਦਮ ਪੁੱਟਦੇ ਹੋਇਆਂ ਗੁਰੂ ਦੀ ਗੱਲ ਨੂੰ, ਗੁਰੂ ਦੇ ਉਪਦੇਸ਼ ਨੂੰ, ਗੁਰੂ ਕੀ ਸਿੱਖਿਆ ਨੂੰ ਅਸੀਂ ਧਿਆਨ ਨਾਲ, ਸਹਿਜ ਨਾਲ, ਵਿਚਾਰ ਨਾਲ ਪੜ੍ਹਨਾ, ਸੁਣਨਾ, ਵਿਚਾਰਨਾ, ਫਿਰ ਪੜ੍ਹੇ ਸੁਣੇ ਵਿਚਾਰੇ ਹੋਏ ਨੂੰ ਆਪਣੇ ਜੀਵਨ ਵਿੱਚ ਢਾਲਣਾ,
ਉਹਦੇ ਅਨੁਸਾਰ ਅਸੀਂ ਜ਼ਿੰਦਗੀ ਬਸਰ ਕਰਨਾ। ਤੋ ਜਿਹੜੀ ਇਹ ਦੂਜੀ ਪੰਕਤੀ ਵਿੱਚ ਆਖਿਆ ਕਿ ਨਿਰਭਉ ਭੈ ਮਨ ਹੋਏ, ਨਾਲ ਦੱਸਦਾ ਕਿ ਹਉਮੈ ਮੈਲ ਗਵਾਇਆ ਬਲਰਾਮ ਜੀਓ। ਜਦੋਂ ਸਾਡੇ ਅੰਦਰੋਂ ਹਉਮੈ ਦੀ ਜਿਹੜੀ ਮੈਲ ਆ, ਇਹ ਮੈਲ ਦੂਰ ਹੋਈ ਮਿਟੀ, ਇਹਦੇ ਮਿਟਣ ਨਾਲ ਹੀ ਸਾਡਾ ਮਨ ਸਹੀ ਅਰਥਾਂ ਵਿੱਚ ਨਿਰਭਉ ਹੁੰਦਾ। ਜੇਕਰ ਅਸੀਂ ਗੁਰੂ ਦੀ ਸਿੱਖਿਆ ਨੂੰ ਨਹੀਂ ਅਪਣਾਇਆ ਤਾਂ ਸਾਡਾ ਜਿਹੜਾ ਆਉਣਾ ਸੀ ਉਹ ਸਫਲ ਨਾ ਹੋ ਸਕਿਆ। ਤਾਂ ਸਤਿਗੁਰੂ ਜਦੋਂ ਇਸ ਸੰਬੰਧ ਵਿੱਚ ਬਾਣੀ ਵਿੱਚ ਚਰਚਾ ਕਰਦੇ ਆ ਤਾਂ ਬੜੇ ਸਪਸ਼ਟ ਅਤੇ ਨਿਰਣਾਇਕ ਰੂਪ ਵਿੱਚ ਸਾਨੂੰ ਇਹ ਗੱਲ ਸਮਝਾਉਂਦੇ ਆ ਕਿ ਸੇਵਕ ਸਿੱਖ ਪੂਜਨ ਸਭ ਆਵੈ, ਸਭ ਗਾਵੈ ਹਰ ਹਰ ਊਤਮ ਬਾਣੀ। ਗਾਵਿਆ ਸੁਣਿਆ ਤਿਨ ਕਾ ਹਰ ਥਾਂ ਪਾਵੈ, ਜਿਨ ਸਤਿਗੁਰੂ ਕੀ ਆਗਿਆ ਸਤ ਸਤ ਕਰ ਮਾਨੀ। ਗੁਰੂ ਕੋਲ ਆਉਣਾ, ਨਮਸਕਾਰ ਕਰਨਾ, ਇਹ ਸਤਿਕਾਰ ਦਾ ਹਿੱਸਾ, ਇਹ ਇਸ ਪ੍ਰਕਿਰਿਆ ਦੀ ਮੁੱਢਲੀ ਪ੍ਰਕਿਰਿਆ। ਇਹਦਾ ਆਪਣਾ ਸਥਾਨ, ਜ਼ਰੂਰਤ ਆ, ਲੋੜ ਆ, ਪਰ ਕੇਵਲ ਨਮਸਕਾਰ ਕਰਨਾ ਹੀ ਕਾਫੀ ਨਹੀਂ। ਜਿਸ ਲਈ ਕਰਨਾ ਉਹ ਇਹਦੇ ਨਾਲੋਂ ਵੀ ਜ਼ਿਆਦਾ ਮਹੱਤਵਪੂਰਨ ਆ। ਤਾਂ ਉਹ ਮਹਾਰਾਜ ਕਹਿੰਦੇ ਆ ਕਿ ਉਹਨਾਂ ਦਾ ਜਿਹੜਾ ਗਾਵਿਆ ਸੁਣਿਆ ਥਾਂ ਪੈਂਦਾ, ਕਿਹਨਾਂ ਦਾ? ਜਿਨ੍ਹਾਂ ਨੇ ਜੋ ਬਾਣੀ ਪੜ੍ਹੀ ਆ, ਸੁਣੀ ਆ, ਉਹਨੂੰ ਸਦ ਕਰਕੇ ਮੰਨ ਲਿਆ। ਸਦ ਕਰਕੇ ਮੰਨਣ ਦਾ ਅਰਥ ਆ ਕਿ ਉਹਨਾਂ ਨੇ ਉਹਨੂੰ ਆਪਣੇ ਮਨ ਵਿੱਚ ਵਸਾ ਲਿਆ, ਧਾਰਨ ਕਰ ਲਿਆ, ਆਪਣਾ ਆਚਰਨ ਉਸ ਅਨੁਸਾਰ ਬਣਾ ਲਿਆ। ਗੁਰੂ ਦੇ ਦੱਸੇ ਹੋਏ ਰਸਤੇ ਉੱਤੇ ਜਿਨ੍ਹਾਂ ਨੇ ਕਦਮ ਪੁੱਟ ਲਿਆ, ਤੁਰਨਾ ਸ਼ੁਰੂ ਕਰ ਦਿੱਤਾ। ਜੇਕਰ ਉਂਝ ਅਸੀਂ ਆਖੀ ਜਾਈਏ ਗੁਰੂ ਜੀ ਸੱਚ ਆਖਦੇ ਆ, ਠੀਕ ਕਹਿੰਦੇ ਆ, ਪਰ ਉਸ ਨੂੰ ਮੰਨੀਏ ਨਾ, ਅਪਣਾਈਏ ਨਾ, ਤਾਂ ਸਾਡਾ ਸੱਚ ਆਖਣ ਦਾ ਕੋਈ ਅਰਥ ਨਹੀਂ। ਤੋ ਇਸ ਲਈ ਜਿਹੜੀਆਂ ਪੰਕਤੀਆਂ ਸ਼ੁਰੂ ਦੀਆਂ, ਇਹਨਾਂ ਵਿੱਚ ਮਹਾਰਾਜ ਕਹਿੰਦੇ ਆ ਕਿ ਸਫਲਤਾ ਮਿਲੀ ਕਦੋਂ? ਜਦੋਂ ਅਸੀਂ ਗੁਰੂ ਦੇ ਉਪਦੇਸ਼ ਨੂੰ ਸੁਣਿਆ, ਮੰਨਿਆ, ਔਰ ਮੰਨਣ ਦੀ ਬਦੌਲਤ ਇਹਦੇ ਸਿੱਟੇ ਵਜੋਂ ਹੀ ਹਉਮੈ ਮੈਲ ਗਵਾਇਆ। ਸਾਡੇ ਤੇ ਜਿਹੜੀ ਮੈਲ ਸੀ ਹਉਮੈ ਦੀ, ਅਗਿਆਨਤਾ ਦੀ, ਬੇਸਮਝੀ ਦੀ, ਮੂੜਤਾ ਦੀ, ਇਹ ਹਰ ਤਰ੍ਹਾਂ ਦੀ ਮੈਲ, ਇਹ ਮੈਲ ਜਿਹੜੀ ਆ ਇਹ ਦੂਰ ਹੋ ਗਈ, ਮਿਟ ਗਈ। ਇਹ ਜਿਹੜਾ ਸਾਡਾ ਉਦਮ ਆ, ਉਪਰਾਲਾ, ਇਹ ਸਾਡਾ ਪੁੱਟਿਆ ਹੋਇਆ ਕਦਮ, ਇਹ ਜਿਹੜੀ ਆ ਇਹ ਪ੍ਰਭੂ ਨੇ ਇਹ ਦੂਜੀ ਲਾਮ ਚਲਾ ਦਿੱਤੀ। ਇਹ ਦੂਜੀ ਲਾਮ ਆ, ਇਹ ਦੂਜੀ ਪ੍ਰਕਰਮਾ। ਔਰ ਇੱਥੇ ਫਿਰ ਆਪਾਂ ਇਹ ਸ਼ਬਦ ਜਿਹੜੇ ਆ ਰਿਪੀਟ ਕਰ ਦਈਏ, ਦੁਹਰਾ ਦਈਏ ਕਿ ਇਹਦੇ ਵਿੱਚ ਜਿਹੜੀ ਚਰਚਾ ਹੋ ਰਹੀ ਆ, ਇਹ ਜੋ ਅਸੀਂ ਆਮ ਲਾਵਾਂ ਤੋਂ ਭਾਵ ਲੈਂਦੇ ਆ, ਜਿਹੜੇ ਬੇਅੰਦੜ ਬੱਚੇ ਆ, ਇਹ ਉਹਨਾਂ ਦੀ ਗੱਲ ਨਹੀਂ ਹੋ ਰਹੀ। ਇਹ ਜਿਹੜਾ ਕਾਂਤਾ ਸੁਆਮੀ ਆ ਉਹ ਪ੍ਰਭੂ ਆ। ਇੱਥੇ ਚਾਹੇ ਕੋਈ ਇਸਤਰੀ ਆ, ਚਾਹੇ ਕੋਈ ਪੁਰਸ਼ ਆ, ਇੱਥੇ ਉਹਨਾਂ ਦੀ ਗੱਲ ਕਰ ਰਹੇ ਆ ਕਿ ਜਿਹੜੇ ਉਸ ਵਾਹਿਗੁਰੂ ਜੀ ਨਾਲ ਮਿਲਣ ਦੇ ਇੱਛੁਕ ਆ, ਚਾਹਵਾਨ ਆ, ਪ੍ਰਭੂ ਨਾਲ ਜੁੜਨ ਵਾਲਿਆਂ ਦਾ ਆ ਲੱਛਣ ਆ, ਇਹ ਨਿਸ਼ਾਨੀ ਆ। ਜਿਨ੍ਹਾਂ ਨੇ ਵੀ ਇਹਨਾਂ ਗੁਣਾਂ ਨੂੰ ਧਾਰਨ ਕੀਤਾ, ਇਹ ਉਹਨਾਂ ਦੀ ਮਾਨੋ ਦੂਜੀ ਪ੍ਰਕਰਮਾ, ਇਹ ਦੂਜੀ ਲਾਮ ਮਾਲਕ ਨੇ ਤੋਰ ਦਿੱਤੀ ਆ। ਇਹ ਜਿਹੜੀ ਆ ਇਹ ਬੱਚੇ ਦੀ ਵੀ ਟੁਕਦੀ ਆ, ਹਰ ਪ੍ਰਾਣੀ ਤੇ ਟੁਕਦੀ ਆ। ਆਪਾਂ ਬਾਅਦ ਵਿੱਚ ਜਿਹੜਾ ਚੌਵਾਂ ਲਾਵਾਂ ਤੋਂ ਬਾਅਦ ਸਮੁੱਚੇ ਰੂਪ ਵਿੱਚ, ਕਿਉਂਕਿ ਆਨੰਦ ਸੰਸਕਾਰ ਦੀ ਆਪਾਂ ਮੁੱਖ ਰੂਪ ਵਿੱਚ ਗੱਲ ਕਰ ਰਹੇ ਹਾਂ, ਤਾਂ ਅਸੀਂ ਵਿਸਥਾਰ ਨਾਲ ਜਿਹੜਾ ਇਹ ਪੱਖ ਜਿਹੜਾ ਅਸੀਂ ਜ਼ਰੂਰ ਵਿਚਾਰਾਂਗੇ। ਪਰ ਫਿਲਹਾਲ ਚੂੰਕਿ ਅਸੀਂ ਕੇਵਲ ਇਸ ਛੰਦ ਦਾ ਜੋ ਅਖਰੀ ਅਰਥ ਅਤੇ ਭਾਵ ਅਰਥ ਆ, ਅਸੀਂ ਉਹਦੀ ਚਰਚਾ ਕਰ ਰਹੇ ਹਾਂ, ਇਸ ਲਈ ਅਸੀਂ ਇਸ ਵਿਸਤਾਰ ਤੋਂ ਸੰਕੋਚ ਕਰ ਰਹੇ ਹਾਂ। ਤੋ ਜੇਕਰ ਅਸੀਂ ਗੁਰੂ ਕੋਲ ਆ ਕੇ ਗੁਰੂ ਦੀ ਗੱਲ ਨਹੀਂ ਮੰਨੀ ਤਾਂ ਅਸੀਂ ਵਾਂਝੇ ਰਹਿ ਜਾਵਾਂਗੇ ਇਸ ਅਵਸਥਾ ਤੋਂ। ਭਾਵ ਸਾਡੀ ਹਉਮੈ ਦੀ ਮੈਲ ਨਹੀਂ ਮਿਟਣ ਲੱਗੀ। ਜੇ ਹਉਮੈ ਦੀ ਮੈਲ ਨਹੀਂ ਦੂਰ ਹੋਈ ਤਾਂ ਅਸੀਂ ਨਿਰਭਉ ਨਹੀਂ ਹੋ ਸਕਦੇ। ਇਹਦੇ ਵਿੱਚ ਇੱਕ ਹੋਰ ਗੱਲ ਸਮਝਣ ਵਾਲੀ ਆ ਕਿ ਪ੍ਰਭੂ ਨੂੰ ਧਿਆਉਣ ਦਾ ਅਰਥ ਪ੍ਰਭੂ ਦੇ ਗੁਣਾਂ ਦੀ ਚਰਚਾ ਕਰਦੇ ਆ, ਉਹਨਾਂ ਗੁਣਾਂ ਨੂੰ ਅਪਣਾਉਣਾ। ਜਿਵੇਂ ਬਾਣੀ ਵਿੱਚ ਆਖਿਆ, ਗੁਣ ਕਹਿ ਗੁਣੀ ਸਮਾਵਨੇ ਆ। ਤੋ ਇਸ ਲਈ ਹਜ਼ੂਰ ਨੇ ਖਿਆਲ ਦਿੱਤਾ ਕਿ ਜਿਹੜਾ ਵੀ ਨਿਰਭਉ ਨੂੰ ਜਪਦਾ ਤਾਂ ਉਹਦਾ ਭੈ ਰਹਿਤ ਹੋਣਾ ਸੁਭਾਵਿਕ ਆ। ਜੇ ਅਸੀਂ ਨਿਰਭਉ ਨੂੰ ਜਪ ਕੇ ਨਿਰਭਉ ਨਹੀਂ ਹੋਏ ਤਾਂ ਇਹਦਾ ਇਦਾਂ ਹੀ ਅਰਥ ਆ ਕਿ ਅਜੇ ਅਸੀਂ ਸਹੀ ਅਰਥਾਂ ਵਿੱਚ ਨਿਰਭਉ ਨੂੰ ਜਪਿਆ ਨਹੀਂ। ਨਿਰਭਉ ਜਪਣ ਦਾ ਅਰਥ
ਉਸ ਨਿਰਭਉ ਨੂੰ ਜਪ ਕੇ ਆਪਣੇ ਅੰਦਰੋਂ ਭੈ ਰਹਿਤ ਹੋਣਾ, ਭੈ ਦਾ ਖਤਮ ਕਰਨਾ। ਤੋ ਮਹਾਰਾਜ ਫਰਮਾਉਂਦੇ ਆ ਕਿ ਇਹ ਜਿਹੜਾ ਉਦਮ ਆ, ਉਪਰਾਲਾ, ਇਹ ਪ੍ਰਭੂ ਨਾਲ, ਉਸ ਪ੍ਰਭੂ ਪਤੀ ਨਾਲ, ਇਸ ਜੀਵ ਇਸਤਰੀ ਦੀ ਸੋਹਣੀ ਦੂਜੀ ਲਾਵਾਂ। ਫਿਰ ਅੱਗੇ ਫਰਮਾਉਂਦੇ ਆ ਕਿ ਨਿਰਮਲ ਭਉ ਪਾਇਆ, ਹਰ ਗੁਣ ਗਾਇਆ, ਹਰ ਵੇਖੈ ਰਾਮ ਹਦੂਰੇ। ਜਦੋਂ ਜਿਹੜਾ ਭੈ ਸੀਗਾ, ਡਰ ਸੀਗਾ, ਦੁਨਿਆਵੀ ਡਰ, ਇਹ ਗੁਰੂ ਕਿਰਪਾ ਨਾਲ ਦੂਰ ਹੋ ਗਿਆ, ਮਿਟ ਗਿਆ, ਤਾਂ ਫਿਰ ਸਾਡੇ ਅੰਦਰ ਜਿਹੜਾ ਨਿਰਮਲ ਭਉ ਸੀ, ਇਹ ਨਿਰਮਲ ਭਉ ਸਾਡੇ ਅੰਦਰ ਉਤਪੰਨ ਹੋਇਆ। ਨਿਰਮਲ ਭਉ ਦਾ ਆਖਰੀ ਅਰਥ ਆ ਅਦਬ ਸਤਿਕਾਰ ਵਾਲਾ ਪਾਇਆ, ਜਿਹਦੇ ਵਿੱਚ ਡਰ ਆ, ਸ਼ਰਮ ਆ। ਇਹਦੇ ਵਿੱਚ ਡਰ ਨਹੀਂ, ਜਿਵੇਂ ਬੱਚੀ ਆਪਣੇ ਪਿਤਾ ਦੇ ਸਾਹਮਣੇ ਜਿਹੜਾ ਉਹ ਸੰਕੋਚ ਕਰਦੀ ਆ ਕੋਈ ਐਸੀ ਗੱਲ ਕਰਨ ਦੀ, ਜਾਂ ਆਪਣੇ ਸਰੀਰ ਦੀ ਪ੍ਰਦਰਸ਼ਨੀ ਆਦਿ ਕਰਨ ਦੀ, ਉਹਦੇ ਵਿੱਚ ਜਿਹੜਾ ਉਹ ਪਿਤਾ ਦਾ ਸਤਿਕਾਰ ਆ, ਸ਼ਰਮ ਆ, ਜਿਸ ਕਰਕੇ ਉਹ ਸੰਕੋਚ ਕਰਦੀ ਆ। ਪਰ ਨਿਰਮਲ ਭਉ ਦਾ ਅਰਥ ਬਾਣੀ ਵਿੱਚ ਕੇਵਲ ਇੱਥੋਂ ਤੱਕ ਸੀਮਤ ਨਹੀਂ। ਜਿਹੜਾ ਡਰ ਆ, ਡਰ ਉਦੋਂ ਹੀ ਖਤਮ ਹੁੰਦਾ ਜਦੋਂ ਅਸੀਂ ਵਾਹਿਗੁਰੂ ਜੀ ਦਾ ਜੋ ਬਣਾਇਆ ਸਿਸਟਮ ਆ, ਨਿਜ਼ਾਮ ਆ, ਹੁਕਮ ਆ, ਅਸੀਂ ਉਸ ਹੁਕਮ ਨੂੰ ਬੁੱਝ ਲਈਏ, ਸਮਝ ਲਈਏ। ਹੁਕਮ ਨੂੰ ਬੁੱਝ ਕੇ, ਸਮਝ ਕੇ, ਉਹਨੂੰ ਅਪਣਾਉਣ ਨਾਲ, ਉਸ ਅਨੁਸਾਰ ਵਿਚਰਨ ਨਾਲ ਹੀ ਸਹੀ ਅਰਥਾਂ ਵਿੱਚ ਸੁਤੰਤਰਤਾ ਆਉਂਦੀ ਆ। ਇਸ ਸੁਤੰਤਰਤਾ ਵਿੱਚ ਹੀ ਨਿਰਭੈਤਾ ਜਨਮ ਲੈਂਦੀ ਆ। ਤੋਂ ਭਾਵ ਆ ਕਿ ਜਿਨ੍ਹਾਂ ਨੇ ਸਤਿਗੁਰੂ ਰਾਹੀਂ ਉਸ ਪ੍ਰਭੂ ਨੂੰ ਸਿਮਰਿਆ, ਪ੍ਰਭੂ ਦੇ ਗੁਣਾਂ ਨੂੰ ਚੇਤੇ ਕਰ, ਗੁਰੂ ਕੋਲੋਂ ਉਸ ਜੀਵਨ ਜੁਗਤ ਨੂੰ ਸਮਝ ਕੇ ਉਸ ਨੂੰ ਅਮਲੀ ਰੂਪ ਵਿੱਚ ਅਪਣਾ ਲਿਆ, ਉਹਨਾਂ ਅੰਦਰ ਇਹ ਨਿਰਮਲ ਭਉ ਪੈਦਾ ਹੋਇਆ। ਉਹਨਾਂ ਨੇ ਪ੍ਰਭੂ ਦੇ ਹੁਕਮ ਨੂੰ ਬੁੱਝਿਆ, ਸਮਝਿਆ, ਅਤੇ ਉਸ ਅਨੁਸਾਰ ਉਹਨਾਂ ਨੇ ਵਿਚਰਨਾ ਸ਼ੁਰੂ ਕਰ ਦਿੱਤਾ। ਹਰ ਗੁਣ ਗਾਇਆ, ਹਰੀ ਦੇ ਗੁਣ ਗਾਉਣੇ। ਗੁਣ ਗਾਉਣ ਤੋਂ ਭਾਵ ਬਾਣੀ ਵਿੱਚ ਕੇਵਲ ਹਰ ਹਰ ਜਾਂ ਰੱਬ ਰੱਬ ਕਰਨਾ ਨਹੀਂ। ਹਾਂ, ਰੱਬ ਰੱਬ ਕਰਦੇ ਆ, ਉਹਨਾਂ ਗੁਣਾਂ ਨੂੰ ਅਪਣਾਉਣਾ, ਸਹੀ ਅਰਥਾਂ ਵਿੱਚ ਰੱਬ ਰੱਬ ਕਰਨਾ, ਉਹਨੂੰ ਧਿਆਉਣਾ। ਤੋਂ ਭਾਵੇਂ ਜੇਕਰ ਅਸੀਂ ਵਾਹਿਗੁਰੂ ਨੂੰ ਨਿਰਵੈਰ ਆਖਦੇ ਆ, ਨਿਰਵੈਰ ਨਿਰਵੈਰ ਕਹਿੰਦੇ ਆ, ਜੇ ਸਾਡੇ ਅੰਦਰੋਂ ਵੈਰ ਭਾਵਨਾ ਖਤਮ ਨਹੀਂ ਹੋਈ, ਉਹਨੂੰ ਦਿਆਲ ਆਖਦੇ ਆ, ਪਰ ਉਹਨੂੰ ਦਿਆਲ ਦਿਆਲ ਕਹਿੰਦੇ ਆ, ਸਾਡੇ ਅੰਦਰ ਦਇਆ ਦਾ ਜਜ਼ਬਾ ਪੈਦਾ ਨਹੀਂ ਹੋਇਆ, ਤਾਂ ਸਾਡਾ ਉਹਨੂੰ ਦਿਆਲ ਆਖਣ ਦਾ, ਨਿਰਵੈਰ ਆਖਣ ਦਾ ਕੋਈ ਅਰਥ ਨਹੀਂ। ਅਰਥ ਭਰਪੂਰ ਆ ਉਹਨੂੰ ਨਿਰਵੈਰ ਆਖਣਾ, ਦਿਆਲੂ ਆਖਣਾ, ਜੇਕਰ ਆਖਣ ਵਾਲੇ ਅੰਦਰ ਵੀ ਇਹ ਗੁਣ ਪੈਦਾ ਹੋ ਜਾਣ। ਤਾਂ ਜਦੋਂ ਸਾਹਿਬ ਆਖਦੇ ਆ ਕਿ ਹਰ ਗੁਣ ਗਾਇਆ, ਤਾਂ ਇਸ ਲਈ ਨਾਲ ਆਖਦੇ ਹਰ ਵੇਖੈ ਰਾਮ ਹਦੂਰੇ, ਕਿ ਉਸ ਰਾਮ ਨੂੰ ਜੋ ਸਾਰਿਆਂ ਵਿੱਚ ਰਮਿਆ ਹੋਇਆ, ਉਹ ਅਕਾਲ ਪੁਰਖ, ਉਹ ਆਪਣੇ ਅੰਗ ਸੰਗ ਸਮਝਦਾ, ਉਹਦੀ ਹਜ਼ੂਰੀ ਵਿੱਚ ਵਿਚਰਦਾ। ਉਹ ਰੱਬ ਨੂੰ ਕਿਤੇ ਦੂਰ ਬੈਠਾ ਹੋਇਆ ਨਹੀਂ ਸਮਝਦਾ, ਬਲਕਿ ਹਮੇਸ਼ਾ ਉਹਨੂੰ ਆਪਣੇ ਅੰਗ ਸੰਗ ਸਮਝਦਾ। ਔਰ ਵਾਹਿਗੁਰੂ ਜੀ ਨੂੰ ਅੰਗ ਸਮਝ ਕੇ ਉਹਦਾ ਜਿਹੜਾ ਸਿਸਟਮ ਆ, ਉਹਦਾ ਜਿਹੜਾ ਹੁਕਮ ਆ, ਉਹਦੀ ਰਜ਼ਾ ਗੁਰੂ ਕੋਲੋਂ ਸਮਝ ਕੇ ਉਹਨੂੰ ਹਮੇਸ਼ਾ ਹੀ ਅਪਣਾਉਂਦਾ। ਰੱਬ ਨੂੰ ਨੇੜੇ ਸਮਝਦਾ ਭਾਵ ਇੰਨਾ ਹੀ ਨਹੀਂ ਕਿ ਅਸੀਂ ਉਸ ਨੂੰ ਨੇੜੇ ਦਾ ਸਮਝੀਏ ਕਿ ਉਹ ਹਰ ਥਾਂ, ਪਰ ਹੁਕਮ ਨੂੰ ਨਾ ਮੰਨੀਏ। ਤੋਂ ਭਾਵ ਇਹ ਆ ਕਿ ਉਹਦੇ ਹੁਕਮ ਨੂੰ ਅਸੀਂ ਇਹ ਮੰਨਣਾ, ਸਵੀਕਾਰ ਕਰ ਲੈਣਾ ਕਿ ਹੁਕਮ ਹਰ ਥਾਂ ਲਾਗੂ ਹੁੰਦਾ, ਉਹ ਹਰ ਥਾਂ ਉਸ ਨੂੰ ਅਸੀਂ ਅਪਣਾ ਲਈਏ। ਉਦਾਹਰਨ ਵਜੋਂ ਜੇ ਉਹ ਨਿਰਵੈਰ ਆ, ਤਾਂ ਅਸੀਂ ਨਿਰਵੈਰ ਹਰ ਥਾਂ ਹੋਣਾ, ਹਰ ਜਗ੍ਹਾ ਹੋਣਾ, ਹਰ ਸਮੇਂ ਹੋਣਾ। ਤੋ ਇਸ ਨੂੰ ਆਖਿਆ ਕਿ ਹਰ ਵੇਖੈ ਰਾਮ ਹਦੂਰੇ। ਤਾਂ ਹੀ ਮਹਾਰਾਜ ਬਾਣੀ ਵੀ ਖਿਆਲ ਦਿੰਦੇ ਆ ਕਿ ਜਿਨ੍ਹਾਂ ਨੇ ਪ੍ਰਭੂ ਨੂੰ ਆਪਣੇ ਨੇੜੇ ਸਮਝ ਲਿਆ, ਉਹਨਾਂ ਬਾਰੇ ਕਹਿੰਦੇ ਆ ਕਿ ਨਿਕਟ ਬੁਝੈ ਸੋ ਬੁਰਾ ਕਿਉਂ ਕਰੈ। ਜਿਹੜਾ ਰੱਬ ਨੂੰ ਸੱਚਮੁੱਚ ਨੇੜੇ ਸਮਝਦਾ, ਉਹ ਕਿਸੇ ਦਾ ਬੁਰਾ ਨਹੀਂ ਕਰ ਸਕਦਾ। ਉਹ ਕਿਸੇ ਦੀ ਜੇਬ ਕਿਵੇਂ ਕੱਟੂਗਾ, ਹੇਰਾ ਫੇਰੀ ਕਿਵੇਂ ਕਰੂਗਾ, ਉਹ ਬੇਈਮਾਨੀ ਕਿਵੇਂ ਕਰੂਗਾ, ਪਖੰਡ ਕਿਵੇਂ ਕਰੂਗਾ, ਪਾਉ ਨਹੀਂ ਕਰ ਸਕਦਾ। ਤੋ ਫਿਰ ਕਹਿੰਦੇ ਹਰ ਆਤਮ ਰਾਮ ਪਸਾਰਿਆ ਸੁਆਮੀ, ਸਰਬ ਰਹਾ ਭਰਪੂਰੇ। ਕਿਉਂਕਿ ਉਹਨੂੰ ਇਹ ਸਮਝ ਆ ਗਈ ਕਿ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਇੱਕ ਤੋਂ ਅਨੇਕ ਹੋ ਕੇ ਵਿਚਰ ਰਿਹਾ, ਉਹਦਾ ਆਪਣਾ ਹੀ ਇਹ ਪਸਾਰਿਆ ਹੋਇਆ ਪਸਾਰਾ। ਇਸ ਲਈ ਹਰ ਥਾਂ ਉਸ ਕਰਤੇ ਨੂੰ ਹੀ ਵੇਖਦਾ। ਤੋ ਇਹ ਕੇਵਲ ਮਨੁੱਖਾਂ ਦੀ ਗੱਲ ਹੀ ਨਹੀਂ। ਇਸ ਲਈ ਜਿਹੜਾ ਸਹੀ ਅਰਥਾਂ ਵਿੱਚ ਰੱਬ ਨਾਲ ਜੁੜਿਆ ਹੋਇਆ, ਤਾਂ ਉਹ ਵਾਤਾਵਰਨ ਦਾ ਵੀ ਖਿਆਲ ਰੱਖੂਗਾ,
ਉਹ ਮਨੁੱਖਾਂ ਦਾ ਤਾਂ ਖਿਆਲ ਰੱਖਦਾ ਹੀ ਆ। ਉਹ ਗੱਲ ਗੱਲ ਹਰ ਸ਼ੈ ਉਹਦੀ ਜਿਹੜੀ ਆ ਅਹਿਮੀਅਤ ਨੂੰ ਸਮਝ ਕੇ ਉਹਨੂੰ ਦ੍ਰਿੜ ਕਰਕੇ ਲੋਕਾਂ ਵਿੱਚ ਦ੍ਰਿੜ ਕਰਾਉਣ ਦਾ ਉਹ ਉਪਰਾਲਾ ਕਰਦਾ। ਤੋ ਪ੍ਰਭੂ ਨੂੰ ਅੰਗ ਸੰਗ ਸਮਝ ਕੇ ਹਰ ਥਾਂ ਉਹਦਾ ਹੀ ਪਸਰਿਆ ਹੋਇਆ ਵੇਖਣਾ ਕਿ ਉਹ ਪਰਮਾਤਮਾ ਸਾਰੀਆਂ ਥਾਵਾਂ ਤੇ ਵਿਆਪਕ ਆ, ਸਰਬ ਰਿਹਾ ਭਰਪੂਰੇ। ਉਹ ਇੱਕ ਥਾਂ ਤੇ ਨਹੀਂ, ਉਹ ਕੇਵਲ ਧਰਮ ਮੰਦਰਾਂ ਵਿੱਚ ਨਹੀਂ, ਬਲਕਿ ਉਹ ਸਾਰੀਆਂ ਥਾਵਾਂ ਵਿੱਚ ਰਮਿਆ। ਔਰ ਇਹਦੇ ਨਾਲ ਨਾਲ ਉਹਨੂੰ ਵੀ ਸਮਝ ਆ ਗਈ ਕਿ ਉਹ ਸਾਰੀਆਂ ਥਾਵਾਂ ਵਿੱਚ ਇੱਕੋ ਜਿਹਾ ਵਿਆਪਕ ਆ। ਉਹਦੇ ਜਿਹੜਾ ਨਿਯਮ ਆ ਉਹ ਹਰ ਥਾਂ ਉਸੇ ਤਰ੍ਹਾਂ ਕੰਮ ਕਰ ਰਿਹਾ। ਉਹਦਾ ਹੁਕਮ ਜਿਹੜਾ ਉਹ ਅਸੀਂ ਹਰ ਥਾਂ ਹੀ ਉਸ ਹੁਕਮ ਨੂੰ ਉਸ ਰੂਪ ਵਿੱਚ ਸਮਝ ਕੇ ਅਸੀਂ ਅਪਣਾਉਣਾ। ਤੋ ਇਹਨੂੰ ਮਹਾਰਾਜ ਕਹਿੰਦੇ ਆ ਕਿ ਸਰਬ ਰਿਹਾ ਭਰਪੂਰੇ। ਇਸ ਲਈ ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੇ ਉੱਤੇ ਭਾਵੇਂ ਧਾਰਮਿਕ ਲੇਬਲ ਲੱਗਾ ਹੋਇਆ, ਪਰ ਰੱਬ ਬਾਰੇ ਜਿਨ੍ਹਾਂ ਨੇ ਸਮਝ ਲਿਆ ਕਿ ਰੱਬ ਕਿਸੇ ਵਿਸ਼ੇਸ਼ ਥਾਂ ਤੇ ਰਹਿੰਦਾ, ਉਹਨਾਂ ਨੂੰ ਦਾਨੇ ਸਿਆਣੇ ਨਹੀਂ ਆਖਿਆ। ਉਹਨਾਂ ਨੂੰ ਆਖਿਆ ਕਿ ਨਹੀਂ, ਅਜੇ ਸਹੀ ਅਰਥਾਂ ਵਿੱਚ ਉਹਨਾਂ ਨੇ ਅਸਲ ਤੱਤ ਨੂੰ ਨਹੀਂ ਸਮਝਿਆ। ਜਿਨ੍ਹਾਂ ਨੇ ਸਮਝਿਆ ਉਹਨਾਂ ਨੇ ਡੰਕੇ ਦੀ ਚੋਟ ਨਾਲ ਆਖ ਦਿੱਤਾ, ਉਹਾਂ ਤੋਂ ਜਾਈਆ ਜੋ ਇਹਾਂ ਨਾ ਹੋਏ। ਪਰ ਜਿਨ੍ਹਾਂ ਨੇ ਨਹੀਂ ਸਮਝਿਆ ਉਹਨਾਂ ਨੇ ਆਖਿਆ ਕਿ ਨਹੀਂ, ਰੱਬ ਦਾ ਕੇਵਲ ਆਕਾਰਾ ਇਹੀ ਟਿਕਾਣਾ। ਦੂਜੇ ਨੇ ਆਖਿਆ ਨਹੀਂ, ਰੱਬ ਦਾ ਆ ਟਿਕਾਣਾ। ਤੋ ਇਸ ਲਈ ਬਾਣੀ ਵਿੱਚ ਸਵਾਲ ਉਠਾਇਆ ਹੋਇਆ ਕਿ ਅੱਲਾ ਇੱਕ ਮਸੀਤ ਬਸਦਾ ਹੈ, ਅਵਰ ਮੁਲਕ ਕਿਸ ਘੇਰਾ, ਹਿੰਦੂ ਮੂਰਤ ਨਾਮ ਨਿਵਾਸੀ ਦੁਹ ਮੈਂ ਤਤ ਨਾ ਹੀਰਾ। ਤੋ ਨਾਲ ਹੀ ਸਵਾਲ ਉਠਾਇਆ ਕਿ ਜੇਕਰ ਰੱਬ ਜਿਹੜਾ ਉਹ ਇਹਨਾਂ ਥਾਵਾਂ ਤੇ ਅਵਰ ਮੁਲਕ ਕਿਸ ਘੇਰਾ, ਕਿ ਬਾਕੀ ਥਾਂ ਕਿਹਦੇ ਆ? ਨਹੀਂ, ਹਰ ਥਾਂ ਮਸਜਿਦ ਵਿੱਚ ਵੀ ਉਹੀ ਆ, ਮੰਦਰ ਵਿੱਚ ਵੀ ਉਹੀ ਆ, ਪਰ ਉਹ ਬਾਕੀ ਉਹ ਕੇਵਲ ਮਸਜਿਦ ਜਾਂ ਮੰਦਰ ਵਿੱਚ ਹੀ ਨਹੀਂ, ਉਹ ਵੱਖੋ ਵੱਖਰੇ ਧਰਮ ਮੰਦਰਾਂ ਵਿੱਚ ਹੀ ਨਹੀਂ, ਬਲਕਿ ਹਰ ਥਾਂ ਉਹਦਾ ਹੀ ਪ੍ਰਕਾਸ਼ ਆ। ਇਹ ਕਾਰਨ ਆ ਜਿਹੜਾ ਸੱਚਮੁੱਚ ਰੱਬ ਨਾਲ ਜੁੜਿਆ ਹੋਇਆ, ਜਿਨ੍ਹਾਂ ਇਹ ਦੇਖ ਲਿਆ ਕਿ ਸਾਰੀਆਂ ਥਾਵਾਂ ਤੇ ਰੱਬ ਵਿਆਪਕ ਆ, ਉਹ ਕਿਸੇ ਨਾਲ ਵੀ ਫਿਰ ਨਫ਼ਰਤ ਨਹੀਂ ਕਰਦਾ। ਉਹ ਕਿਸੇ ਦੂਜੇ ਦੇ ਧਰਮ ਮੰਦਰ ਨੂੰ ਢਾਉਣ ਵਿੱਚ ਵਿਸ਼ਵਾਸ ਨਹੀਂ ਰੱਖਦਾ। ਦੂਜਿਆਂ ਦੇ ਜਿਹੜੇ ਧਰਮ ਗ੍ਰੰਥ ਆ ਉਹਨਾਂ ਨੂੰ ਉਹਨਾਂ ਦਾ ਅਪਮਾਨ ਨਹੀਂ ਕਰੂਗਾ। ਜੇ ਸੱਚਮੁੱਚ ਉਹਨੂੰ ਇਹ ਸਮਝ ਆ ਗਈ ਕਿ ਸੱਚਮੁੱਚ ਪ੍ਰਮਾਤਮਾ ਜਿਹੜਾ ਉਹ ਸਾਰੀਆਂ ਥਾਵਾਂ ਵਿੱਚ ਰਮਿਆ ਔਰ ਇੱਕੋ ਜਿਹਾ ਵਿਆਪਕ ਆ, ਫਿਰ ਨਾ ਕਿਸੇ ਨੂੰ ਜਨਮ ਤੋਂ ਕਿਸੇ ਨੂੰ ਉੱਚਾ ਸਮਝੂ ਜਾਂ ਨੀਵਾਂ ਸਮਝੂ, ਨਾ ਹੀ ਉਹ ਕੋਈ ਵੱਖਰੇ ਢੰਗ ਨਾਲ ਜੇ ਰੱਬ ਦੀ ਪੂਜਾ ਕਰ ਰਿਹਾ, ਰੱਬ ਨੂੰ ਚੇਤੇ ਕਰ ਰਿਹਾ ਤੇ ਉਹਦੇ ਨਾਲ ਘਿਰਨਾ ਕਰੂਗਾ। ਉਹ ਸਮਝੂਗਾ ਕਿ ਵਾਹਿਗੁਰੂ ਦਾ ਹੀ ਇਹ ਸਾਰੇ ਪਾਸੇ ਪ੍ਰਕਾਸ਼ ਆ। ਅੰਤਰ ਬਾਹਰ ਹਰ ਪ੍ਰਭ ਏਕੋ, ਮਿਲ ਹਰ ਜਨ ਮੰਗਲ ਗਾਏ। ਜਿਨ੍ਹਾਂ ਨੇ ਸਤਿਗੁਰੂ ਦੀ ਚਰਨ ਸ਼ਰਨ ਵਿੱਚ ਆ, ਗੁਰੂ ਕੋਲੋਂ ਇਹ ਗੱਲ ਸਮਝ ਲਈ, ਜੀਵਨ ਦੀ ਜੁਗਤ ਜਿਨ੍ਹਾਂ ਦੀ ਪਕੜ ਵਿੱਚ ਆ ਗਈ, ਉਹਨਾਂ ਨੇ ਉਸ ਵਾਹਿਗੁਰੂ ਜੀ ਨੂੰ ਅੰਦਰ ਬਾਹਰ ਹਰ ਥਾਂ ਹੀ ਉਸ ਪ੍ਰਭੂ ਨੂੰ ਹੀ ਵੇਖਿਆ। ਫਿਰ ਉਹ ਜਿਹੜੇ ਪ੍ਰਭੂ ਦੇ ਪਿਆਰੇ ਆ, ਅੰਤਰ ਬਾਹਰ ਹਰ ਪ੍ਰਭ ਏਕੋ, ਮਿਲ ਹਰ ਜਨ ਮੰਗਲ ਗਾਏ। ਹਰੀ ਦੇ ਜਨ ਜਿਹੜੇ ਪ੍ਰਭੂ ਦੇ ਸੇਵਕ ਆ, ਪ੍ਰਭੂ ਦੇ ਦਾਸ ਆ, ਉਹਨਾਂ ਨਾਲ ਮਿਲ ਕੇ ਉਹ ਕਰਤੇ ਦੀ ਸਿਫਤ ਸਲਾਹ ਕਰਦਾ ਰਿਹਾ। ਤੋ ਹਰ ਜਨ ਨਾਲ ਪ੍ਰਭੂ ਦੇ ਗੁਣ ਗਾਉਣੇ, ਉਹਦੀ ਸਿਫਤ ਸਲਾਹ ਕਰਨ ਦਾ ਭਾਵ ਕੇਵਲ ਜੋ ਅਸੀਂ ਅਖਰੀ ਅਰਥ ਲੈਨੇ ਆ ਇਥੋਂ ਤੱਕ ਸੀਮਤ ਨਹੀਂ ਕਿ ਜਿਹੜੇ ਪ੍ਰਭੂ ਦੇ ਪਿਆਰੇ ਆ ਉਹਨਾਂ ਨਾਲ ਮਿਲ ਕੇ ਉਹ ਹਰ ਹਰ ਕਰ ਰਿਹਾ, ਰੱਬ ਰੱਬ ਕਰ ਰਿਹਾ। ਭਾਵ ਇਹ ਆ ਕਿ ਉਹ ਮਨੁੱਖਤਾ ਦੀ ਸੇਵਾ ਵਿੱਚ ਹਰ ਕਦਮ ਤੇ ਉਹ ਐਸੇ ਮਨੁੱਖਾਂ ਨਾਲ ਕਦਮ ਮਿਲਾ ਕੇ ਤੁਰਦਾ। ਦੇਖੋ ਗੁਰਬਾਣੀ ਵਿੱਚ ਇਹ ਪੱਖ ਬੜਾ ਸਪਸ਼ਟ ਆ। ਮਹਾਰਾਜ ਦਾ ਉਹਨਾਂ ਤੋਂ ਕੁਰਬਾਨ ਜਾਂਦੇ ਆ ਜਿਹੜੇ ਇੱਕ ਨੁਕਰੇ ਬੈਠ ਕੇ ਰੱਬ ਰੱਬ ਕਰ ਰਹੇ ਆ। ਉਹ ਨਾ ਹੀ ਉਹਨਾਂ ਤੋਂ ਬਲਿਹਾਰ ਹੋਣ ਦੀ ਗੱਲ ਕਰਦੇ ਆ ਕਿ ਜਿਹੜੇ ਆਪ ਤਾਂ ਨਹੀਂ ਕਰਦੇ ਪਰ ਦੂਜਿਆਂ ਨੂੰ ਪ੍ਰੇਰਨਾ ਦਿੰਦੇ ਆ। ਉਹਨਾਂ ਦੇ ਆਪਣੇ ਜੀਵਨ ਵਿੱਚ ਉਹ ਫੁੱਲ ਨਹੀਂ ਖਿੜਿਆ। ਮਹਾਰਾਜ ਇਸ ਲਈ ਕਹਿੰਦੇ ਆ ਕਿ ਜਾਂ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਾਂ ਨਾਮ ਜਪਾਵੈ। ਕਿ ਜਿਹੜਾ ਆਪ ਵੀ ਜਪਦਾ ਅਤੇ ਦੂਜਿਆਂ ਨੂੰ ਵੀ ਜਪਾਉਂਦਾ। ਭਾਵ ਜਿਹਨੇ ਆਪਣੇ ਆਪ ਦਾ ਵੀ ਸੁਧਾਰ ਕੀਤਾ, ਆਪਣੇ ਆਪ ਨੂੰ ਵੀ ਨਿਰਮਲ ਸਵੱਛ ਬਣਾਇਆ ਅਤੇ ਦੂਜਿਆਂ ਨੂੰ ਵੀ ਸਮਾਜ ਨੂੰ ਵੀ ਨਵਾਂ ਨਰੋਆ ਬਣਾਉਣ ਲਈ, ਤੰਦਰੁਸਤ ਬਣਾਉਣ ਲਈ ਉਹ ਆਪਣਾ ਯੋਗਦਾਨ ਪਾਉਂਦਾ। ਉਹ ਆਪ ਇੱਕ ਨੁਕਰੇ ਬੈਠ ਕੇ ਰੱਬ ਰੱਬ ਕਰਨ ਵਿੱਚ ਸੰਤੁਸ਼ਟ ਹੋ ਕੇ ਨਹੀਂ ਬਹਿੰਦਾ, ਬਲਕਿ ਉਹ ਸਮਾਜ ਵਿੱਚ, ਸੁਸਾਇਟੀ ਵਿੱਚ ਵਿਚਰਦਾ।
ਦੇਖੋ ਅਸੀਂ ਦੇਖਦੇ ਹਾਂ ਗੁਰੂ ਨਾਨਕ ਸਾਹਿਬ ਦੀ ਜਦੋਂ ਸਿੱਧਾਂ ਨਾਲ ਚਰਚਾ ਹੁੰਦੀ ਆ ਤਾਂ ਸਿੱਧ ਗੁਰੂ ਨਾਨਕ ਸਾਹਿਬ ਜੀ ਨੂੰ ਸਵਾਲ ਪੁੱਛਦੇ ਆ ਕਿ ਮਾਤ ਲੋਕ ਵੇ ਕਿਆ ਵਰਤਾਰਾ। ਤਾਂ ਗੁਰੂ ਨਾਨਕ ਸਾਹਿਬ ਉਹਨਾਂ ਨੂੰ ਉੱਤਰ ਵਿੱਚ ਆਖਦੇ ਆ ਕਿ ਸਿੱਧ ਸ਼ਿਵ ਬੈਠੇ ਪਰਵਤੀ ਕੌਣ ਜਗਤਰ ਕੋ ਪਾਰ ਉਤਾਰਾ। ਕਿ ਜਿਨ੍ਹਾਂ ਲੋਕਾਂ ਨੂੰ ਕੋਈ ਸਮਝ ਆਈ ਕਿ ਜੀਵਨ ਕੇਵਲ ਖਾਣ ਪਾਣ ਹੰਡਾਉਣ ਦਾ ਨਾਮ ਹੀ ਨਹੀਂ, ਉਹ ਇਹ ਸਮਝ ਪਾ ਕੇ ਸਮਾਜ ਨਾਲੋਂ ਆਪਣਾ ਨਾਤਾ ਤੋੜ ਸੰਬੰਧ ਤੋੜ ਉਹ ਪਹਾੜਾਂ ਕੰਦਰਾਂ ਬੀਆਬਾਨਾਂ ਜੰਗਲਾਂ ਵਿੱਚ ਵਿਚਰਨ ਲੱਗ ਪਏ। ਤੇ ਜਿਸ ਸਮਾਜ ਵਿੱਚੋਂ ਸਮਝ ਰੱਖਣ ਵਾਲੇ ਲੋਕ ਕਿਨਾਰਾ ਕਰ ਜਾਣਗੇ ਤਾਂ ਉਹ ਸਮਾਜ ਕਦੀ ਵੀ ਤਰੱਕੀ ਨਹੀਂ ਕਰ ਸਕਦਾ। ਤਾਂ ਮਹਾਰਾਜ ਉਹਨਾਂ ਦੀ ਇਸ ਭੁੱਲ ਵੱਲ ਉਹਨਾਂ ਦਾ ਧਿਆਨ ਦਿਵਾਉਂਦੇ ਆ ਕਿ ਤੁਹਾਡੇ ਸਮਾਜ ਤੋਂ ਕਿਨਾਰਾ ਕਰਨ ਨਾਲ ਹੋਇਆ ਕਿ ਜਿਹੜੇ ਪਖੰਡੀ ਲੋਕ ਸੀ, ਦੰਭੀ ਸੀ, ਢੋਂਗੀ ਸੀ, ਉਹ ਸਮਾਜ ਵਿੱਚ ਵਿਚਰਨ ਲੱਗ ਪਏ ਔਰ ਉਹਨਾਂ ਨੇ ਲੋਕਾਂ ਨੂੰ ਧਰਮ ਤੋਂ ਦੂਰ ਕਰਨ ਦਾ ਪਾਠ ਅਦਾ ਕੀਤਾ। ਇਸ ਲਈ ਸਿਆਣੇ ਕਹਿੰਦੇ ਆ ਕਿ ਜੇਕਰ ਸਮਾਜ ਵਿੱਚ ਬੁਰੇ ਲੋਕ ਆ, ਬੁਰਿਆਂ ਦੀ ਗਿਣਤੀ ਵੱਧ ਰਹੀ ਆ, ਇਸ ਲਈ ਨਹੀਂ ਕਿ ਬੁਰਾਈ ਫੈਲ ਰਹੀ ਆ, ਬਲਕਿ ਇਸ ਲਈ ਕਿ ਜਿਹੜੇ ਚੰਗੇ ਮਨੁੱਖ ਆ ਜਿਨ੍ਹਾਂ ਨੂੰ ਸਮਝ ਆ ਸੋਝੀ ਆ ਉਹ ਖਾਮੋਸ਼ ਬੈਠੇ ਆ, ਉਹਨਾਂ ਨੇ ਚੁੱਪੀ ਸਾਧ ਲਈ ਆ। ਤੋ ਇੱਥੇ ਜੋ ਮਹਾਰਾਜ ਕਹਿੰਦੇ ਆ ਕਿ ਅੰਤਰ ਬਾਰ ਹਰ ਪ੍ਰਵੇਕ ਕੋ ਮਿਲ ਹਰ ਜਨ ਮੰਗਲ ਗਾਏ, ਤਾਂ ਇਸ ਦਾ ਪ੍ਰਤੀਕ ਆ ਕਿ ਉਹਨਾਂ ਨੇ ਆਪਣੇ ਆਪ ਦਾ ਸੁਧਾਰ ਕੀਤਾ। ਕੇਵਲ ਉਹ ਆਪਣੇ ਤੱਕ ਹੀ ਸੀਮਿਤ ਨਹੀਂ ਰਹੇ, ਸੰਤੁਸ਼ਟ ਨਹੀਂ ਹੋਏ, ਬਲਕਿ ਉਹਨਾਂ ਨੇ ਆਪਣਾ ਇਹ ਫਰਜ਼ ਸਮਝਿਆ ਕਿ ਸਮਾਜ ਵਿੱਚ ਵਿਚਰਦਿਆਂ ਸਮਾਜ ਦੀ ਕਲਿਆਣਤਾ ਲਈ ਵੀ ਆਪਣਾ ਯੋਗਦਾਨ ਪਾਉਣਾ। ਇਸ ਲਈ ਉਹਨਾਂ ਨੇ ਇਹ ਉਦਮ ਕੀਤਾ। ਜਿਹੜੇ ਐਸੇ ਸੱਜਣ ਸੀ, ਇਹ ਨਹੀਂ ਕਿ ਉਹਨਾਂ ਨੇ ਇਹ ਕੱਲਿਆਂ ਡਫਲੀ ਬਣਾਉਣੀ ਸ਼ੁਰੂ ਕਰ ਦਿੱਤੀ, ਬਲਕਿ ਜਿਹੜੇ ਵੀ ਸੱਜਣ, ਜਿਹੜੇ ਵੀ ਲੋਕ ਇਸ ਪਾਸੇ ਤੁਰੇ ਹੋਏ ਸੀ, ਉਹਨਾਂ ਨਾਲ ਮਿਲ ਕੇ ਜਥੇਬੰਦਕ ਰੂਪ ਵਿੱਚ ਉਹਨਾਂ ਨੇ ਇਹ ਉਪਰਾਲਾ ਕੀਤਾ। ਕਿਉਂਕਿ ਵਿਅਕਤੀਗਤ ਉਪਰਾਲਾ ਉਹਨਾਂ ਜਿਹੜਾ ਸਫਲ ਨਹੀਂ ਹੁੰਦਾ ਜਿੰਨਾ ਕਿ ਸਮੂਹ ਨਾਲ ਹੁੰਦਾ। ਤੋਂ ਮਹਾਰਾਜ ਅਖੀਰ ਵਿੱਚ ਕਹਿੰਦੇ ਆ ਕਿ ਜਾ ਨਾਨਕ ਦੂਜੀ ਲਾਮ ਚਲਾਈ ਅਨਹਦ ਸ਼ਬਦ ਵਜਾਏ, ਕਿ ਇਹ ਉਸ ਪ੍ਰਭੂ ਨਾਲ ਇਹ ਦੂਜੀ ਲਾਮ ਆ, ਇਹ ਦੂਜੀ ਪ੍ਰਕਰਮਾ, ਇਹ ਲਾਮ ਦਾ ਦੂਜਾ ਰੂਪ ਆ ਕਿ ਜਿਹੜਾ ਵਾਹਿਗੁਰੂ ਜੀ ਨੇ ਚਲਾਇਆ ਪਾਓ ਉਸ ਨਾਲ ਜੁੜਨ ਲਈ ਇਹ ਜਿਹੜਾ ਇਹ ਦੂਸਰਾ ਸਟੈਪ ਆ, ਇਹ ਲੱਛਣ ਆ ਕਿ ਉਹ ਮਨੁੱਖ ਅਨਹਦ ਭਾਵ ਲਗਾਤਾਰ ਇੱਕ ਰਸ ਬਿਨਾਂ ਬਜਾਇਆ। ਪਰ ਇਹ ਜਿਹੜਾ ਜੀਵਨ ਆ ਇਹ ਕੋਈ ਸਮੇਂ ਕੁਝ ਘੰਟਿਆਂ ਜਾਂ ਕੁਝ ਦਿਨਾਂ ਦਾ ਨਹੀਂ, ਬਲਕਿ ਇਹ ਅਵਸਥਾ, ਇਹ ਸੋਚ, ਇਹ ਲਗਾਤਾਰ ਉਸ ਅੰਦਰ ਬਣੀ ਰਹਿੰਦੀ ਆ ਔਰ ਹਮੇਸ਼ਾ ਇਹ ਸਿਫਤ ਸਲਾਹ ਦਾ ਵਾਜਾ ਵੱਜਦਾ ਪਿਆ ਪਾਓ, ਹਮੇਸ਼ਾ ਉਹ ਇਹਨਾਂ ਗੁਣਾਂ ਨੂੰ ਧਾਰਨ ਕਰੀ ਰੱਖਦਾ। ਇਹ ਜਿਹੜਾ ਉਦਮ ਆ ਉਪਰਾਲਾ ਗੁਰੂ ਦੀ ਸ਼ਰਨ ਵਿੱਚ ਆ ਕੇ ਪੈਰਾਂ ਧੋਣਾ, ਹਉਮੈ ਦੀ ਮੈਲ ਨੂੰ ਮਿਟਾਉਣਾ ਔਰ ਉਸ ਵਾਹਿਗੁਰੂ ਜੀ ਨੂੰ ਅੰਗ ਸੰਗ ਸਮਝਣਾ, ਵਾਹਿਗੁਰੂ ਜੀ ਨੂੰ ਉਸ ਦੀ ਸਿਫਤ ਸਲਾਹ ਕਰਨਾ, ਗੁਣ ਗਾਉਣਾ ਔਰ ਲਗਾਤਾਰ ਇਸ ਅਵਸਥਾ ਨੂੰ ਮਾਨਣਾ, ਇਹ ਇਸ ਵਿਆਹ ਦੀ ਦੂਜੀ ਲਾਵਾਂ। ਤੋ ਸੰਖੇਪ ਵਿੱਚ ਜਿਹੜਾ ਇਹ ਜਿਹੜੀ ਦੂਜੀ ਲਾਵਾਂ ਇਹਦਾ ਇਹ ਭਾਵ ਅਤੇ ਭਾਵਰਥ ਆ ਜੀ। ਠੀਕ ਹੈ ਜੀ ਭਾਈ ਸਾਹਿਬ, ਤੁਹਾਡਾ ਬਹੁਤ ਬਹੁਤ ਥੈਂਕਸ। ਤੁਸੀਂ ਬੜੇ ਵਧੀਆ ਤਰੀਕੇ ਨਾਲ ਦੂਜੀ ਲਾਮ ਦਾ ਪੂਰਾ ਸਾਰਾਂਸ਼ ਔਰ ਕਿੱਦਾਂ ਸਾਨੂੰ ਜਿਹੜਾ ਪੁਰਖ ਮਿਲਾਇਆ ਤੋਂ ਲੈ ਕੇ ਤੇ ਅਨਹਦ ਵਾਜੇ ਤੱਕ ਲੈ ਕੇ ਗਏ। ਸੋ ਮੈਨੂੰ ਉਮੀਦ ਹੈ ਸਾਰੀ ਦੇਖਣ ਵਾਲਿਆਂ ਨੂੰ ਇਹਦੇ ਬਾਰੇ ਹੋਰ ਕਲੈਰਿਟੀ ਆਈ ਹੋਏਗੀ। ਜੇ ਕਿਸੇ ਨੂੰ ਕੋਈ ਕੁਐਸਚਨ ਹੋਵੇ, ਕੁਝ ਹੋਵੇ, ਕਮੈਂਟਸ ਪਲੀਜ਼ ਦੇਣਾ, ਸ਼ੇਅਰ ਕਰੋ, ਲਾਈਕ ਕਰੋ। ਤੇ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।